ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ ਨੈਸ਼ਨਲ ਤੇ ਇੰਟਰਨੈਸ਼ਨਲ ਮੁੱਦਿਆਂ ਦੇ ਬਾਰੇ। ਤੇ ਇਸ ਮੁੱਦਿਆਂ ਬਾਰੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਵਿੱਚ ਸਾਡੇ ਮਹਿਮਾਨ ਹਾਜ਼ਰ ਨੇ, ਜੋ ਕਿ ਨੇ ਅਜੀਤ ਸਮਾਚਾਰ ਤੋਂ ਸੀਨੀਅਰ ਜਰਨਲਿਸਟ ਮੇਜਰ ਸਿੰਘ ਜੀ। ਸੋ ਤੁਹਾਡਾ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਮਿਹਰਬਾਨੀ ਜੀ, ਔਰ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਭ ਤੋਂ ਹੌਟ ਇਸ਼ੂ ਕਿ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਰਾਸ਼ਟਰਪਤੀ ਦੇ ਚੁਣਾਵ ਲੜੇ ਜਾ ਰਹੇ ਨੇ, ਸੋ ਉਹਨਾਂ ਦੇ ਹੁਣ ਤੱਕ ਸਰ ਰੁਝਾਨ ਕੀ ਆ ਰਹੇ ਨੇ? ਦੇਖੋ, ਗੱਲ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਇੱਕ ਇਹੋ ਜਿਹੀ ਚੋਣ ਹੈ ਜਿਹੜੀ ਸਿਰਫ ਅਮਰੀਕਾ ਦੀ ਹੱਦ ਤੱਕ ਹੀ ਮਹਿਦੂਦ ਨਹੀਂ ਹੁੰਦੀ ਜੀ, ਸਗੋਂ ਇਹ ਪੂਰੀ ਦੁਨੀਆ ਦੇ ਆਰਥਿਕ, ਰਾਜਨੀਤਿਕ ਤੇ ਵਪਾਰਕ ਹਿੱਤਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸੇ ਕਿ ਪੂਰੀ ਦੁਨੀਆ ਦੇ ਦੇਸ਼ ਇਸ ਗੱਲ 'ਤੇ ਨਿਗਾਹ ਰੱਖ ਰਹੇ ਹੈ ਕਿ ਅਮਰੀਕਾ 'ਚ ਕਿੱਧਰ ਨੂੰ ਹਵਾ ਵਗ ਰਹੀ ਹੈ, ਕਿ ਉੱਥੇ ਕਿਹੋ ਜਿਹੀ ਤਬਦੀਲੀ ਹੋ ਸਕਦੀ ਹੈ। ਅਤੇ ਹੁਣ ਜਿਹੜਾ ਉਹ ਅਮਰੀਕਾ ਦੇ ਰਾਸ਼ਟਰਪਤੀ ਚੋਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਕਿਉਂਕਿ ਵੋਟਾਂ ਪੈ ਚੁੱਕੀਆਂ ਨੇ, ਔਰ ਉਸ ਦੇ ਰੁਝਾਨ ਜਿਹੜੇ ਵੱਖ-ਵੱਖ ਖਿੱਤਿਆਂ ਤੋਂ ਵੱਖ-ਵੱਖ ਤਰ੍ਹਾਂ ਦੇ ਆ ਰਹੇ ਹੈ। ਹਾਲਾਂਕਿ ਬਹੁਤੇ ਰੁਝਾਨ ਇਹੀ ਆਖ ਰਹੇ ਨੇ ਕਿ ਉੱਥੇ ਟਰੰਪ ਪਿੱਛੇ ਜਾ ਰਹੇ ਹੈ ਅਤੇ ਬਾਈਡਨ ਅੱਗੇ ਜਾ ਰਹੇ ਨੇ, ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਹੈਗੇ ਜਾਂ ਉਮੀਦਵਾਰ ਨੇ ਇਸ ਵੇਲੇ। ਇਸ ਚੋਣ ਦੇ ਵਿੱਚ ਨਾ ਇੱਕ ਬੜੀ ਅਜੀਬ ਕਿਸਮ ਦੇ ਕਈ ਸਵਾਲ ਉੱਠੇ ਹੈ ਜਿਹੜੇ ਕਿ ਪਹਿਲਾਂ ਕਦੇ ਇਸ ਤਰ੍ਹਾਂ ਆਏ ਨਹੀਂ ਸੀਗੇ। ਪਹਿਲੀ ਗੱਲ ਤਾਂ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿੱਚ ਐਤਕੀ ਪਹਿਲੀ ਹੈਰਾਨਕੁਨ ਗੱਲ ਹੋਈ ਹੈ ਕਿ ਇਸ ਵਾਰ ਹੁਣ ਤੱਕ ਸ਼ਾਇਦ ਕਰੋਨਾ ਕਾਰਨ ਵੀ ਹੋ ਸਕੇ 9 ਕਰੋੜ ਲੋਕ ਆਪਣੀ ਬੈਲਟ ਦਾ ਜਾਂ ਆਪਣੀ ਵੋਟ ਦਾ ਹੱਕ ਹੈ ਜਿਹੜਾ ਉਹ ਡਾਕ ਰਾਹੀਂ ਹਾਸਿਲ ਕਰ ਚੁੱਕੇ ਹੈਗੇ। ਮਤਲਬ ਡਾਕ ਰਾਹੀਂ 9 ਕਰੋੜ ਲੋਕਾਂ ਨੇ ਵੋਟ ਪਾ ਦਿੱਤੀ ਹੈ ਅਤੇ ਬਾਕੀ ਲੋਕਾਂ ਨੇ ਜਿਹੜਾ ਹੈਗਾ ਉਹ ਬੈਲਟ ਰਾਹੀਂ ਪਾਈ ਹੈ। ਇਸ ਗੱਲ ਦੇ ਉੱਪਰ ਵੀ ਜਿਹੜਾ ਕਿਉਂਕਿ ਟਰੰਪ ਨੂੰ ਸ਼ੱਕ ਹੈ ਕਿ ਯਾਰ ਕਿਉਂਕਿ ਇਹ ਵੋਟ ਬਹੁਤੀ ਉਹਨਾਂ ਦੇ ਖਿਲਾਫ ਭੁਗਤ ਸਕਦੀ ਹੈ। ਹੁਣ ਅਜੇ ਕਿਉਂਕਿ ਵੋਟਾਂ ਦਾ ਕੰਮ ਭਾਵੇਂ ਖਤਮ ਹੋ ਗਿਆ, ਇਹਦੇ ਬਾਵਜੂਦ ਵੀ ਡਾਕ ਰਾਹੀਂ ਵੋਟਾਂ ਹੋਰ ਆ ਰਹੀਆਂ। ਇੱਕ ਅਦਾਲਤ ਨੇ ਫੈਸਲਾ ਉੱਥੇ ਸੁਣਾ ਦਿੱਤਾ ਹੈ ਕਿ ਜਿਹੜੇ ਇਸ ਤਰੀਕ ਤੋਂ ਬਾਅਦ ਵੀ ਯਾਨੀ ਵੋਟਾਂ ਪੈਣ ਦੇ ਸਮੇਂ ਤੋਂ ਬਾਅਦ ਵੀ ਡਾਕ ਰਾਹੀਂ ਵੋਟਾਂ ਆਉਣਗੀਆਂ, ਉਹਦੀ ਗਿਣਤੀ ਵੀ ਕੀਤੀ ਜਾਊਗੀ। ਹੁਣ ਇਸ ਗੱਲ 'ਤੇ ਰਾਸ਼ਟਰਪਤੀ ਟਰੰਪ ਕਾਫੀ ਭੜਕੇ ਹੈ ਅਤੇ ਉਹਨਾਂ ਨੇ ਕਿਹਾ ਕਿ ਬੜਾ ਗਲਤ ਫੈਸਲਾ ਹੈ ਔਰ ਇਹ ਘਪਲੇਬਾਜ਼ੀ ਦਾ ਮਿਸਯੂਜ ਦਾ ਕਾਰਨ ਬਣੂਗਾ ਅਤੇ ਉਹਨਾਂ ਨੂੰ ਖਤਰਾ ਹੈ ਕਿ ਜਿਹੜੀਆਂ ਵੋਟਾਂ ਆਉਣਗੀਆਂ ਇਸ ਢੰਗ ਰਾਹੀਂ ਚੋਣਾਂ ਤੋਂ ਬਾਅਦ ਵੀ ਯਾਨੀ ਡਾਕ ਰਾਹੀਂ, ਉਹ ਮੇਰੇ ਖਿਲਾਫ ਹੋ ਸਕਦੀਆਂ ਨੇ। ਇਸ ਗੱਲ ਨੂੰ ਲੈ ਕੇ ਉਹਨਾਂ ਨੇ ਇੱਥੋਂ ਤੱਕ ਧਮਕੀ ਦਿੱਤੀ ਹੈ ਕਿ ਮੈਂ ਇਸ ਗੱਲ 'ਤੇ ਕਾਨੂੰਨੀ ਲੜਾਈ ਲੜੂੰਗਾ। ਪਹਿਲੀ ਗੱਲ ਤਾਂ ਇਹ ਵੀ ਇਸ ਤਰ੍ਹਾਂ ਦਾ ਰੌਲਾ ਇਹ ਪਹਿਲੀ ਵਾਰ ਅਮਰੀਕਾ ਦੀ ਰਾਸ਼ਟਰਪਤੀ ਚੋਣ 'ਚ ਆ ਰਿਹਾ ਹੈ। ਨਹੀਂ, ਅੱਗੇ ਕੀ ਹੁੰਦਾ ਹੈ? ਅੱਗੇ ਉੱਥੇ ਚੋਣ ਹੁੰਦੀ ਹੈ, ਜਿਸ ਪਾਰਟੀ ਜਾਂ ਜਿਸ ਉਮੀਦਵਾਰ ਨੂੰ ਵੀ ਬਹੁਤ ਸੰਮਤੀ ਮਿਲਦੀ ਹੈ ਉਹ ਆਰਾਮ ਨਾਲ ਚੁੱਪ ਕਰਕੇ ਉਸ ਨੂੰ ਫੈਸਲੇ ਨੂੰ ਪ੍ਰਵਾਨ ਕਰਦੇ ਹੈ। ਅਤੇ ਐਤਕੀ ਪਹਿਲਾਂ ਤਾਂ ਪਿਛਲੇ ਸਮੇਂ 'ਚ ਟਰੰਪ ਨੇ ਲੋਕਾਂ ਨੂੰ ਹੈਰਾਨ ਕਰਤਾ ਸੀ ਜਦੋਂ ਉਹਨੇ ਕਿਹਾ ਸੀ ਜੇ ਮੈਂ ਵੋਟਾਂ 'ਚ ਹਾਰ ਵੀ ਗਿਆ ਤਾਂ ਵਾਈਟ ਹਾਊਸ ਥੋੜ੍ਹਾ ਛੱਡ ਦੇਣਾ ਮੈਂ। ਹੁਣ ਇਹਦਾ ਮਤਲਬ ਜਿਹੜੀ ਵਾਈਟ ਹਾਊਸ 'ਤੇ ਕਬਜ਼ਾ ਕਹਿੰਦਾ ਹੋਇਆ ਨਹੀਂ ਛੱਡਣਾ ਮੈਂ। ਹੁਣ ਇਹ ਗੱਲ ਆਪਣੇ ਆਪ 'ਚ ਬੜੀ ਹੈਰਾਨਕੁਨ ਹੈ। ਇੱਕ ਜਮਹੂਰੀ ਢੰਗ ਨਾਲ ਚੁਣੀ ਹੋਈ ਜਿਹੜੀ ਉੱਥੇ ਸੈਨੇਟ ਹੈ, ਕਾਂਗਰਸ ਹੈ, ਹੋਰ ਅਦਾਰੇ ਹੈ, ਉਹ 'ਚ ਰਾਸ਼ਟਰਪਤੀ ਦੀ ਚੋਣ ਵੀ ਚੁਣੇ ਹੋਏ ਢੰਗ ਨਾਲ ਹੁੰਦੀ ਹੈ। ਭਾਵੇਂ ਹਾਲਾਂਕਿ ਉੱਥੇ ਚੋਣ ਦਾ ਢੰਗ ਹਿੰਦੁਸਤਾਨ ਨਾਲ ਨਹੀਂ ਹੈਗਾ, ਉੱਥੇ ਚੋਣ ਦਾ ਵੱਖਰਾ ਢੰਗ ਹੈ। ਉੱਥੇ ਦੋ ਤਰ੍ਹਾਂ ਦਾ ਸਿਸਟਮ ਹੈ। ਇੱਕ ਲੋਕ ਆਮ ਵੋਟਾਂ ਪਾਉਂਦੇ ਆ। ਕਈ ਵਾਰ ਕੀ ਹੁੰਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਆਮ ਲੋਕਾਂ ਵੱਲੋਂ ਪਾਈ ਵੋਟ ਦੇ ਵਿੱਚ ਚੋਣ 'ਚ ਉਹ ਜਿੱਤ ਜਾਂਦਾ ਹੈਗਾ। ਜਿਵੇਂ ਜਾਰਜ ਬੁਸ਼ ਵੇਲੇ ਇੱਕ ਵਾਰ ਹੋਇਆ ਸੀਗਾ, ਉਹ ਹਾਰ ਗਏ ਸੀ ਲੋਕਾਂ ਵਾਲੀ ਚੋਣ 'ਚ, ਪਰ ਕਲੈਕਟਰਲ ਕਾਲਜ ਬਣਦਾ ਉੱਥੇ ਇੱਕ ਵਸੋਂ ਦੇ ਆਧਾਰ 'ਤੇ ਵੱਖ-ਵੱਖ ਸੂਬਿਆਂ 'ਚੋਂ ਨੁਮਾਇੰਦੇ ਉੱਥੇ ਜਾਂਦੇ ਹੈ। ਉਹਦੇ 'ਚ ਇੰਨੇ ਨੁਕਸਦਾਰ ਢੰਗ ਹੈ ਕਿ ਕਈ ਥਾਵਾਂ 'ਤੇ ਜਿੱਥੇ ਹੈਗੇ ਬੰਦੇ ਜ਼ਿਆਦਾ ਹੋਣੇ ਚਾਹੀਦੇ ਉੱਥੇ ਘੱਟ ਹੈ, ਕਈ ਥਾਵਾਂ 'ਤੇ ਜਿੱਥੇ ਘੱਟ ਹੈ ਉੱਥੇ ਗਿਣਤੀ ਕਿਸੇ ਦੀ ਉੱਥੇ ਵੱਧ ਹੋ ਰਿਹਾ। ਜਿਵੇਂ ਕੈਲੀਫੋਰਨੀਆ 'ਚੋਂ ਸਿਰਫ 2 ਨੁਮਾਇੰਦੇ ਜਾਂਦੇ ਹੈਗੇ। ਹੁਣ ਇਸ ਨਾਲ ਕੀ ਹੁੰਦਾ ਹੈਗਾ, ਇਸ ਨਾਲ ਕਈ ਵਾਰ ਉਹ ਕਲੈਕਟਰ ਵੋਟ ਹੈ, ਉਹ ਕਾਲਜ ਦੀ ਵੋਟ ਹੈ, ਉਹ ਅਹਿਮ ਹੈ। ਜਿਹੜਾ ਇੱਥੋਂ ਜਿੱਤਦਾ ਉਹ ਰਾਸ਼ਟਰਪਤੀ ਬਣਦਾ ਹੈ। ਜੇ ਲੋਕਾਂ ਲਈ ਵੋਟ 'ਚ ਕੋਈ ਵਿਅਕਤੀ ਜਿੱਤ ਵੀ ਜਾਂਦਾ ਉਮੀਦਵਾਰ, ਪਰ ਕਲੈਕਟਰਲ ਕਾਲਜ ਦੀ ਵੋਟ 'ਚ ਹਾਰ ਜਾਂਦਾ ਹੈ, ਉਹ ਉੱਥੇ ਹਾਰ ਜਾਂਦਾ ਅਤੇ ਕਲੈਕਟਰਲ ਕਾਲਜ ਦੀ ਵੋਟ ਵਾਲਾ ਉੱਥੇ ਜਿੱਤ ਪ੍ਰਾਪਤ ਕਰਦਾ ਹੈ। ਹੁਣ ਇੱਥੇ ਇਸ ਵਾਰ ਵੀ ਬੜਾ ਇਸ ਗੱਲ ਦਿਲਚਸਪ ਬਣੀ ਹੋਈ ਹੈ ਕਿ ਕਲੈਕਟਰਲ ਵੋਟ ਹੈ ਜਿਹੜੀ ਉਹ ਕਾਲਜ ਦੀ ਉਹ ਟਰੰਪ ਨੂੰ ਵੱਧ ਮਿਲੂਗੀ ਕਿ ਬਾਈਡਨ ਨੂੰ ਵੱਧ ਮਿਲੂਗੀ। ਹਾਲਾਂਕਿ ਪਾਪੂਲਰ ਬੇਸ ਜੇ ਦੇਖੀਏ, ਲੋਕਾਂ 'ਚ ਦੇਖੀਏ ਤਾਂ ਉਹ ਇਸ ਵੇਲੇ ਬਾਈਡਨ ਦੇ ਹੱਕ 'ਚ ਜ਼ਿਆਦਾ ਝੁਕਦਾ ਨਜ਼ਰ ਆ ਰਿਹਾ ਹੈ। ਪਰ ਕਲੈਕਟਰਲ ਕਾਲਜ ਦੀਆਂ ਵੋਟਾਂ ਜ਼ਰੂਰੀ ਨਹੀਂ ਕਿ ਉਹ
ਬਾਈਡਨ ਦੇ ਹੱਕ ਜਾਣ, ਉਹ ਉਲਟ ਵੀ ਹੋ ਸਕਦੀ ਹੈ। ਤੇ ਇਸ ਕਰਕੇ ਬਾਜੀ ਸਾਰੀ ਉਲਟ ਵੀ ਸਕਦੀ, ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਚੱਲ ਰਿਹਾ ਹੈਗਾ ਜੀ। ਇਸ ਗੱਲ ਦੀ ਬਹੁਤ ਸਾਰੇ ਹਲਕਿਆਂ ਵੱਲ ਨੁਕਤਾਚੀਨੀ ਵੀ ਹੋ ਰਹੀ ਹੈ ਕਿ ਕੋਲੈਟਰਲ ਕਾਲਜ ਦਾ ਜਿਹੜਾ ਪੁਰਾਣੀ ਵਿਵਸਥਾ ਕਾਇਮ ਕੀਤੀ ਹੋਈ ਹੈ ਉਹ ਬੜੀ ਭਿੰਨ ਭੇਦ ਵਾਲੀ ਹੈ, ਵਿਤਕਰੇ ਵਾਲੀ ਹੈ। ਇਹ ਦੁਬਾਰਾ ਮੁੜ ਵਿਚਾਰ ਹੋਣੀ ਚਾਹੀਦੀ ਹੈ। ਇਹ ਪਿਛਲੇ ਸਮੇਂ 'ਚ ਇਹ 'ਤੇ ਵਿਚਾਰ ਚਰਚਾ ਵੀ ਹੁੰਦੀ ਰਹੀ ਹੈ, ਪਰ ਕਿਸੇ ਵੀ ਰਾਸ਼ਟਰਪਤੀ ਨੇ ਹਿੰਮਤ ਨਹੀਂ ਕੀਤੀ ਕਿ ਇਸ ਗੱਲ ਨੂੰ ਉਹ ਬਦਲ ਦੇਵੇ ਜੀ। ਹੁਣ ਇਹ ਇਸ ਤਰ੍ਹਾਂ ਦਾ ਮਾਹੌਲ ਉੱਥੇ ਚੱਲ ਰਿਹਾ ਹੈਗਾ। ਇਸ ਦੇ ਵਿੱਚ ਇੱਕ ਹੋਰ ਨਵੀਂ ਗੱਲ ਇਹ ਹੈਗੀ, ਐਤਕੀ ਹਿੰਸਾ ਦਾ ਬੜਾ ਬੋਲਬਾਲਾ ਹੈਗਾ। ਜਿਵੇਂ ਪਿੱਛੇ ਪਹਿਲਾਂ ਇੱਕ ਸਿਆਹਫਾਮ ਕਾਲਾ ਸੀ ਜਿਹੜਾ, ਉਸ ਨੂੰ ਉੱਥੇ ਪੁਲਿਸ ਦੇ ਇੱਕ ਇੰਸਪੈਕਟਰ ਵੱਲੋਂ ਜਾਂ ਪੁਲਿਸ ਦੇ ਇੱਕ ਜਿਹੜਾ ਅਧਿਕਾਰੀ ਹੈ ਉਸ ਵੱਲੋਂ ਮਾਰਿਆ ਗਿਆ ਸੀ ਨਸਲਵਾਦ ਦੇ ਆਧਾਰ 'ਤੇ। ਉਸ ਤੋਂ ਬਾਅਦ ਬੜੀ ਵਿਆਪਕ ਹਿੰਸਾ ਫੈਲੀ ਸੀ ਉੱਥੇ, ਉਹ 'ਚ ਬੜੀ ਭੰਨ ਤੋੜ ਹੋਈ, ਬੜਾ ਲੋਕਾਂ ਦਾ ਨੁਕਸਾਨ ਹੋਇਆ। ਹੁਣ ਵੀ DC ਵਾਸ਼ਿੰਗਟਨ 'ਚ ਵੀ, ਹੂਸਟਨ 'ਚ ਵੀ ਤੇ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਲੋਕੀ ਇਹ ਅਨੁਭਵ ਕਰ ਰਹੇ ਆ ਕਿ ਸ਼ਾਇਦ ਵੋਟਾਂ ਤੋਂ ਬਾਅਦ ਉੱਥੇ ਕਿਸੇ ਤਰ੍ਹਾਂ ਦੀ ਅਗਜਨੀ ਜਾਂ ਉਸ ਤਰ੍ਹਾਂ ਦੀ ਬਦਅਮਨੀ ਫੇਰ ਫੈਲ ਸਕਦੀ ਹੈ, ਜਿਹਦੇ ਕਰਕੇ ਬਹੁਤ ਸਾਰਾ ਥਾਵਾਂ ਤੋਂ, ਖਾਸ ਤੌਰ 'ਤੇ DC ਵਾਸ਼ਿੰਗਟਨ ਤੋਂ ਔਰ ਜਿੱਥੇ ਹੂਸਟਨ ਹੈ ਉਸ ਏਰੀਏ 'ਚੋਂ ਲੋਕਾਂ ਨੇ ਕਹਿੰਦੇ ਕਿ ਬਹੁਤ ਸਾਰੇ ਆਪਣੇ ਜਿਹੜੇ ਹੈਗੇ ਨਾ ਉਹ ਵੱਡੇ ਅਦਾਰੇ ਹੈ ਉਹ ਬੰਦ ਕੀਤੇ ਹੈ, ਔਰ ਜਿਹੜੇ ਉੱਥੇ ਸ਼ੀਸ਼ੇ ਦੇ ਉਹਨਾਂ ਦੇ ਬਣਾਏ ਹੋਏ ਆ ਉਹਦੇ ਅੱਗੇ ਲੱਕੜ ਦੇ ਜਿਹੜੇ ਉਹ ਫਰੰਟ 'ਤੇ ਲਾ ਦਿੱਤੇ ਹਨ ਤਾਂ ਕਿ ਭੰਨ ਤੋੜ ਦੀ ਗੁੰਜਾਇਸ਼ ਨਾ ਰਹੇ ਜੀ। ਹੁਣ ਇਹ ਜਿਹੜੀ ਹੈਗੀ ਆ ਅਮਰੀਕਾ ਦੇ ਵਿੱਚ ਇੱਕ ਤਾਂ ਵੋਟਾਂ ਵਾਲੀ ਹਿੰਸਾ ਦਾ ਇਹ ਮੇਰੇ ਖਿਆਲ ਪਹਿਲੀ ਵਾਰ ਐਂਟਰ ਹੋ ਰਿਹਾ ਹੈ। ਬਾਕੀ ਮੁਲਕਾਂ 'ਚ ਜਿਵੇਂ ਚੀਨ, ਹਿੰਦੁਸਤਾਨ ਹੈ, ਪਾਕਿਸਤਾਨ ਹੈ ਜਾਂ ਹੋਰ ਕਈ ਮੁਲਕ ਹੈਗੇ ਜਿੱਥੇ ਇਸ ਤਰ੍ਹਾਂ ਦੀ ਹਿੰਸਾ ਬਦਜਨੀ ਉਹ ਹੁੰਦੀ ਰਹੀ ਹੈ, ਪਰ ਅਮਰੀਕੀ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਇਹ ਇੱਕ ਨਵਾਂ ਟ੍ਰੈਂਡ ਆਇਆ ਹੈ। ਅਤੇ ਲੱਗਦਾ ਕਿ ਅਸਲ 'ਚ ਜਿਹੜੀ ਟਰੰਪ ਹੈ ਨਾ ਉਹਦੇ ਰਾਜ 'ਚ ਜਿੰਨਾ ਜਮਹੂਰੀਅਤ ਨੂੰ ਨੁਕਸਾਨ ਪਹੁੰਚਿਆ ਔਰ ਜਿਸ ਤਰ੍ਹਾਂ ਦੇ ਉੱਥੇ ਗਲਤ ਟ੍ਰੈਂਡ ਸ਼ੁਰੂ ਹੋਇਆ ਜਾਂ ਖਾਸ ਤੌਰ 'ਤੇ ਕਹੀਏ ਕਿ ਉੱਥੋਂ ਦੀ ਜਿਹੜੀ ਅਮਰੀਕਨ ਕੌਮ ਪ੍ਰਸਤੀ ਭੜਕਾ ਕੇ ਉਹਨੇ ਇੱਕ ਉੱਥੇ ਨਸਲਵਾਦੀ ਭਾਵਨਾ ਜਿਹੜਾ ਉਹਨੂੰ ਤੇਜ਼ ਕੀਤਾ ਹੈ, ਉਹ ਲੱਗਦਾ ਕਿ ਇਹਨਾਂ ਚੋਣਾਂ ਦੇ ਵਿੱਚ ਵੀ ਪ੍ਰਗਟ ਹੋ ਰਹੀ ਹੈ। ਔਰ ਜਿਹੜੀ ਖਾਸ ਤੌਰ 'ਤੇ ਇਮੀਗ੍ਰੈਂਟ ਦੇ ਖਿਲਾਫ ਇੱਕ ਡਰ ਅਤੇ ਭੈ ਵਾਲਾ ਮਾਹੌਲ ਉੱਥੇ ਫਿਰ ਬਣ ਰਿਹਾ ਹੈ, ਕਿਉਂਕਿ ਇਹ ਸਮਝਿਆ ਜਾ ਰਿਹਾ ਹੈ ਕਿ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ ਬੜੇ ਸਖਤ ਕਦਮ ਚੁੱਕਣ ਦਾ ਯਤਨ ਕੀਤਾ ਸੀ ਜੀ, ਪਰ ਬਹੁਤ ਸਾਰੀਆਂ ਅਦਾਲਤਾਂ ਨੇ ਔਰ ਕਾਂਗਰਸ ਨੇ ਜਾਂ ਹੋਰ ਅਦਾਰਿਆਂ ਨੇ ਉਸ ਨੂੰ ਪ੍ਰਵਾਨ ਨਹੀਂ ਸੀ ਕੀਤਾ, ਰੱਦ ਕੀਤਾ ਸੀ। ਪਰ ਇਸ ਕਾਲ ਦੌਰਾਨ ਉਹਨਾਂ ਨੇ ਇੱਕ ਗੱਲ ਇੱਕ ਪੱਕੀ ਕਰਨੀ ਸ਼ੁਰੂ ਕੀਤੀ ਹੈ ਕਿ ਹੁਣ ਜਿਵੇਂ ਉੱਥੇ ਸੁਪਰੀਮ ਕੋਰਟ 'ਚ ਵੀ ਬਿਲਕੁਲ ਜਦੋਂ ਚੋਣ ਪ੍ਰੋਸੈਸ ਸ਼ੁਰੂ ਹੋ ਗਿਆ ਸੀ ਉੱਥੇ ਇੱਕ ਆਪਣੇ ਚਹਤੇ ਨੂੰ ਬਿਠਾਇਆ ਗਿਆ ਸੀਟ 'ਤੇ ਜੀ। ਹੁਣ ਇਹਦੇ ਨਾਲ ਜਿਹੜਾ ਹੈਗਾ ਨਾ ਇਹ ਇੱਕ ਕਿਸਮ ਦਾ ਇਹ ਕਹਿ ਲਈਏ ਕਿ ਅਦਾਲਤਾਂ 'ਚ ਵੀ ਰਾਸ਼ਟਰਪਤੀ ਦਖਲ ਦਾ ਮਾਮਲਾ ਬਣ ਰਿਹਾ ਹੈਗਾ ਜੀ, ਇੱਦਾਂ ਹੀ ਹੋਰ ਅਦਾਲਤਾਂ 'ਚ ਹੈ। ਅਤੇ ਇਹ ਸਮਝਿਆ ਜਾ ਰਿਹਾ ਕਿ ਜੇ ਟਰੰਪ ਨੂੰ ਦੂਜੀ ਵਾਰ ਵੀ ਜਿੱਤ ਹਾਸਿਲ ਹੁੰਦੀ ਹੈ ਅਤੇ ਉਹ ਜਿੱਤ ਕੇ ਰਾਸ਼ਟਰਪਤੀ ਮੁੜ ਬਣ ਜਾਂਦਾ ਹੈ ਤਾਂ ਇਹਦੇ ਨਾਲ ਇਕੱਲੀ ਅਮਰੀਕਨ ਸਮਾਜ 'ਚ ਹੀ ਨਹੀਂ, ਅਮਰੀਕਾ ਦੀ ਆਰਥਿਕਤਾ 'ਚ ਹੀ ਨਹੀਂ, ਸਗੋਂ ਪੂਰੀ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਵੀ ਇਹਦਾ ਕਾਫੀ ਅਸਰ ਦੇਖਿਆ ਜਾਊਗਾ। ਔਰ ਖ਼ਾਸ ਤੌਰ 'ਤੇ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਟਰੰਪ ਨੂੰ ਜਿਸ ਤਰ੍ਹਾਂ ਪਿਛਲੇ ਪਾਰੀ ਦੌਰਾਨ ਬਹੁਤ ਸਾਰੇ ਥਾਵਾਂ 'ਤੇ ਰੋਕਿਆ ਗਿਆ ਅਦਾਲਤਾਂ ਵੱਲੋਂ ਵੀ, ਸੈਨੇਟ ਵੱਲੋਂ ਵੀ, ਕਾਂਗਰਸ ਵੱਲੋਂ ਵੀ ਜਾਂ ਕਈ ਰਾਜਾਂ ਦੇ ਗਵਰਨਰਾਂ ਵੱਲੋਂ ਵੀ ਉਹਨਾਂ ਦੇ ਕੀਤੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਗਿਆ, ਪਰ ਐਤਕੀ ਜੇ ਉਹ ਦੁਬਾਰਾ ਜਿੱਤ ਕੇ ਆਉਂਦੇ ਨੇ ਲੱਗਦਾ ਕਿ ਉਹ ਇਦੋਂ ਵਧੇਰੇ ਐਗਰੈਸਿਵ ਹੋ ਕੇ, ਵਧੇਰੇ ਪਾਵਰਫੁਲ ਹੋ ਕੇ ਉਹ ਚੱਲਣਗੇ ਔਰ ਮੈਨੂੰ ਲੱਗਦਾ ਆਪਣੀ ਮਨਮਾਨੀ ਕਰਨ 'ਚ ਜਾਂ ਆਪਣਾ ਜਿਸ ਤਰ੍ਹਾਂ ਦਾ ਉਹਨਾਂ ਦਾ ਐਟੀਟਿਊਡ ਪਹਿਲਾਂ ਹੈਗਾ ਵੀ ਆਪਣੇ ਤਰੀਕੇ ਨਾਲ ਫੈਸਲੇ ਕਰਨ ਦਾ, ਉਹ ਲੱਗਦਾ ਕਿ ਉਸ ਤਰ੍ਹਾਂ ਅੱਗੇ ਜਾ ਸਕਦੇ ਨੇ। ਇਹਦਾ ਦੁਨੀਆ ਅਤੇ ਅਮਰੀਕਾ ਦੋਵਾਂ ਲਈ ਵੱਡਾ ਖਤਰਾ ਬਣ ਸਕਦਾ ਹੈਗਾ। ਇਹ ਬਹੁਤ ਸਾਰੇ ਲੋਕ ਇਸ ਵੇਲੇ ਅਹਿਸਾਸ ਕਰ ਰਹੇ ਆ ਇਸ ਗੱਲ ਦਾ, ਅਗਾਊਂ ਮਤਲਬ ਲੋਕਾਂ ਨੂੰ ਚੌਕਸ ਵੀ ਕਰ ਰਹੇ ਕਿ ਜੇ ਇਹ ਹੁੰਦਾ ਤਾਂ ਇਹਦੀ ਕਿਵੇਂ ਅਸੀਂ ਰੋਕਥਾਮ ਕਰਨੀ ਹੈ ਜੀ। ਸਰ ਰੀਸੈਂਟਲੀ ਖਬਰ ਆਈ ਸੀ ਕਿ ਹਾਂ ਵੀ ਜਿਹੜੇ ਡੋਨਲਡ ਟਰੰਪ ਨੇ ਉਹ ਪ੍ਰੀ ਮੈਚੋਰ ਤਰੀਕੇ ਦੇ ਨਾਲ ਆਪਣੀ ਪਹਿਲਾਂ ਤੋਂ ਹੀ ਜਿੱਤ ਦਾ ਅਨਾਊਂਸ ਕਰ ਸਕਦੇ ਨੇ, ਜਿਸ ਤੋਂ ਬਾਅਦ ਡੋਨਲਡ ਟਰੰਪ ਵੱਲੋਂ ਇਸ ਚੀਜ਼ ਦਾ ਇਨਕਾਰ ਕੀਤਾ ਗਿਆ ਕਿ ਨਹੀਂ ਉਹ ਇਹੋ ਜਿਹਾ ਨਹੀਂ ਕਰਨਗੇ। ਪਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪਿਛਲੇ ਆਪਣੇ ਪੂਰੇ ਕਾਰਜਕਾਲ ਦੇ ਦੌਰਾਨ ਕਾਫੀ ਵਾਰ ਅਜਿਹੋ ਜਿਹੀਆਂ ਸਟੇਟਮੈਂਟ ਦਿੱਤੀਆਂ, ਚਾਹੇ ਭਾਰਤ ਬਾਰੇ, ਚਾਹੇ ਚੀਨ ਬਾਰੇ ਜਾਂ ਹੋਰਾਂ ਮੁਲਕਾਂ ਬਾਰੇ, ਐਂਡ ਉਹਨਾਂ ਸਾਰੇ ਮੁਲਕਾਂ ਦੇ ਲੋਕ ਹੀ ਅਮਰੀਕਾ ਵਿੱਚ ਰਹਿੰਦੇ ਨੇ, ਉੱਥੇ ਵੋਟ ਪਾਉਂਦੇ ਨੇ, ਉੱਥੇ ਪੂਰੀ ਚੰਗੀ ਤਰ੍ਹਾਂ ਰਹਿ ਰਹੇ ਨੇ। ਸੋ ਕੀ ਬਾਈ ਚਾਂਸ ਅਗਰ ਉਹ ਹਾਰਦੇ ਨੇ ਤਾਂ ਤੁਹਾਨੂੰ ਲੱਗਦਾ ਕਿ ਜਿਹੜੀਆਂ ਇਹਨਾਂ ਦੀਆਂ ਸਟੇਟਮੈਂਟਸ ਨੇ ਉਹੀ ਇਹਨਾਂ ਦਾ ਕਾਰਨ ਹੋ ਸਕਦੀਆਂ ਨੇ? ਨਹੀਂ, ਦੇਖੋ ਇਹਦੇ 'ਤੇ ਕੋਈ ਸ਼ੱਕ ਹੀ ਨਹੀਂ ਹੈਗਾ ਕਿ ਜੋ ਉਹਨਾਂ ਦੀ ਪਿਛਲੇ ਸਾਲ ਦੀ 4 ਸਾਲ ਦੀ ਕਾਰਗੁਜ਼ਾਰੀ ਹੈ ਉਹ ਇਸ 'ਤੇ ਨਿਰਭਰ ਕਰੂਗੀ ਲਾਜ਼ਮੀ ਜੀ। ਪਰ ਜਿਹੜੇ ਪ੍ਰੀ ਮੈਚੋਰ ਵਾਲਾ ਨਾ ਉਸ ਨੂੰ ਆਊਟਰਾਈਟਲੀ ਰੱਦ ਨਹੀਂ ਕੀਤਾ ਜਾ ਸਕਦਾ, ਕਿਉਂਕਿ ਦੇਖੋ ਪਹਿਲੀ ਗੱਲ ਤਾਂ ਉਹਨਾਂ ਨੇ ਸੰਕੇਤ ਵੀ ਆ ਰਿਹਾ ਜਿਵੇਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਵਾਈਟ ਹਾਊਸ ਮੈਂ ਛੱਡ ਦੂੰਗਾ, ਇਹ ਨਹੀਂ ਹੈ ਕਿ ਹਾਰਨਾ ਛੱਡ ਦੂੰਗਾ ਜੀ। ਸੈਕਿੰਡ ਹੁਣ ਕਿਹਾ ਕਿ ਜਿਹੜੀ ਮੈਂ ਕਾਨੂੰਨੀ ਲੜਾਈ ਲੜੂੰਗਾ
ਇਹ ਨਹੀਂ ਕਿ ਕਿਉਂਕਿ ਐਤਕੀ ਡਾਕ ਰਾਹੀਂ ਬਹੁਤ ਵੱਡੀ ਗਿਣਤੀ ਦੀ ਵੋਟਾਂ ਪੈ ਰਹੀਆਂ ਜੀ। 9 ਕਰੋੜ ਤੁਹਾਨੂੰ ਹੁਣ ਦੱਸਿਆ, ਅਜੇ ਪਤਾ ਨਹੀਂ ਹੋਰ ਵੀ ਆਉਣ, ਓਕੇ, ਕਿਉਂਕਿ ਅਜੇ ਪ੍ਰੋਸੈਸ ਚੱਲ ਰਿਹਾ ਉਹ। ਤਾਂ ਉਹ ਕਹਿੰਦਾ ਵੀ ਇਹ ਗੈਰ ਕਾਨੂੰਨੀ ਹੈ, ਗਲਤ ਹੈ, ਇਹਨੂੰ ਮੈਂ ਨਹੀਂ ਮੰਨਦਾ ਹੈਗਾ ਜੀ। ਔਰ ਇਹਦੇ ਖਿਲਾਫ ਉਹਨਾਂ ਨੇ ਕੱਲ੍ਹ ਹੀ ਸਟੇਟਮੈਂਟ ਦਿੱਤੀ ਕਿ ਮੈਂ ਇਹ ਕਾਨੂੰਨੀ ਲੜਨ ਲਈ ਵੀ ਤਿਆਰ ਹਾਂ ਜੀ। ਜੇ ਉਹ ਇਸ ਤਰ੍ਹਾਂ ਕਾਨੂੰਨੀ ਲੜਾਈ 'ਚ ਪੈਂਦੇ ਆ, ਇਹਦਾ ਮਤਲਬ ਫਿਰ ਆਪਣੇ ਆਪ 'ਚ ਹੀ ਹੈ ਕਿ ਉਹਨਾਂ ਨੇ ਲੱਗਦਾ ਕਿ ਪ੍ਰੀ ਮੈਚੁਰ ਆਪਣੀ ਜਿੱਤ ਦੀ ਇੱਕ ਮੈਦਾਨ ਤਿਆਰ ਕਰਨਾ ਸ਼ੁਰੂ ਕੀਤਾ ਹੈਗਾ ਜੀ। ਇਹ 'ਚ ਕੋਈ ਅਤਕਥਨੀ ਨਹੀਂ ਕਿ ਜੋ ਕੱਲ੍ਹ ਨੂੰ ਕਹਿ ਦੇਣ ਕਿ ਮੈਂ ਜਿੱਤ ਗਿਆ ਜੀ ਜੀ। ਇਸ ਤਰ੍ਹਾਂ ਦੀ ਕਰ ਸਕਦੇ, ਇਸੇ ਉੱਤੇ ਉਹ ਕਾਨੂੰਨੀ ਲੜਾਈ ਵੀ ਲੜ ਸਕਦੇ ਜੀ। ਉਹ ਕਹਿੰਦੇ ਮੈਂ ਜਿੱਤਿਆ ਹਾਂ, ਹੁਣ ਦੇ ਕੋਈ ਹੋਰ ਢੰਗ ਤਰੀਕੇ ਨਾਲ ਕੋਈ ਹੁੰਦਾ ਐਲਾਨ ਵੀ ਉਹ ਅਸਲ 'ਚ ਗੈਰ ਕਾਨੂੰਨੀ ਹੈ ਅਤੇ ਮੈਂ ਕਾਨੂੰਨ ਦੇ ਸਾਰੇ ਲੜੂੰਗਾ ਰਾਸ਼ਟਰਪਤੀ ਮੈਂ। ਇਹੋ ਜਿਹੀ ਸਥਿਤੀ ਵੀ ਅਮਰੀਕਾ 'ਚ ਪੈਦਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾਂਦਾ ਔਰ ਬਹੁਤ ਸਾਰੇ ਸੂਝਵਾਨ ਲੋਕ ਇਸ ਗੱਲ ਨੂੰ ਦੇਖ ਵੀ ਰਿਹਾ ਵੀ ਇਸ ਤਰ੍ਹਾਂ ਹੋ ਸਕਦਾ ਹੈਗਾ ਜੀ। ਸੋ ਆਉਣ ਵਾਲਾ ਜਿਹੜਾ ਸਮਾਂ ਉਹ ਦੱਸੇਗਾ ਕਿ ਹਾਂ ਵੀ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ ਉਹ ਕਿਹੜੇ ਬੰਦੇ ਨੇ। ਇਸ ਤੋਂ ਇਲਾਵਾ ਜਿਹੜੀ ਗੱਲਬਾਤ ਹੁਣ ਕਰਾਂਗੇ ਅਸੀਂ ਪੰਜਾਬ ਤੇ ਨੈਸ਼ਨਲ ਦੇ ਮੁੱਦਿਆਂ ਬਾਰੇ, ਉਹ ਕਰਾਂਗੇ ਅਸੀਂ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ ਤੇ। ਬ੍ਰੇਕ ਤੋਂ ਬਾਅਦ ਸਵਾਗਤ ਹੈ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ। ਤੇ ਹੁਣ ਸਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਜੋ ਕਿ ਹਲੇ ਵੀ ਕਾਫੀ ਭਖਿਆ ਮੁੱਦਾ ਹੈ। ਹਲੇ ਵੀ ਜਿਹੜੇ ਕਿਸਾਨ ਜਿਹੜੇ ਸੰਘਰਸ਼ ਕਰ ਰਹੇ ਨੇ, ਉਹਨਾਂ ਨੂੰ ਉਹਨਾਂ ਦਾ ਜਿਹੜਾ ਹੱਕ ਕੋ ਮਿਲਣ ਦੀ ਉਮੀਦ ਕੋ ਬਹੁਤੀ ਨਜ਼ਰ ਆ ਨਹੀਂ ਰਹੀ। ਅਗਰ ਗੱਲ ਕਰੀਏ ਕੇਂਦਰ ਦੀ, ਤਾਂ ਕੇਂਦਰ ਜਿਹੜੀ ਦਿੱਲੀ ਸਰਕਾਰ ਹੈ ਉਹ ਹੋਰ ਉਹਨਾਂ ਨੂੰ ਕੱਸੀ ਜਾ ਰਹੀ ਹੈ। ਸੋ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਜਿਹੜਾ ਸੰਘਰਸ਼ ਕਿੱਧਰ ਨੂੰ ਵੱਧ ਸਕਦਾ ਹੈ? ਦੇਖੋ, ਗੱਲ ਇਹ ਹੈ ਕਿ ਪੰਜਾਬ 'ਚ 3 ਖੇਤੀ ਵਿਰੋਧੀ ਕਾਨੂੰਨ ਪਾਸ ਕੀਤੇ ਗਏ ਮੋਦੀ ਸਰਕਾਰ ਵੱਲੋਂ ਜੀ। ਉਹਦੇ ਖਿਲਾਫ ਉਂਝ ਤਾਂ ਵੈਸੇ ਕਿਸਾਨ ਜੂਨ ਮਹੀਨੇ ਤੋਂ ਹੀ, ਜਦੋਂ ਤੋਂ 5 ਮਈ ਜੂਨ ਨੂੰ ਇਹ ਕਾਨੂੰਨ ਪਾਸ ਕੀਤੇ ਗਏ ਆਰਡੀਨੈਂਸ ਰਾਹੀਂ ਜੀ, ਉਸ ਤੋਂ ਕੁਝ ਦਿਨ ਸਮਾਂ ਬਾਅਦ ਹੀ, ਕਿਉਂਕਿ ਉਹਨਾਂ ਦਿਨਾਂ 'ਚ ਕਰੋਨਾ ਦੀ ਮਾਰ ਬੜੀ ਤੇਜ਼ ਸੀ ਜੀ ਜੀ, ਪਰ ਇਹਦੇ ਬਾਵਜੂਦ ਪੂਰੇ ਪੰਜਾਬ 'ਚ ਪਿੰਡ ਪਿੰਡ, ਕਸਬਾ ਕਸਬਾ, ਸ਼ਹਿਰ ਸ਼ਹਿਰ ਰੋਸ ਪ੍ਰਦਰਸ਼ਨ, ਰੈਲੀਆਂ, ਮੋਮਬੱਤੀਆਂ ਜਗਾ ਕੇ ਵਿਰੋਧ, ਕੋਠਿਆਂ ਦੇ ਉੱਤੇ ਚੜ੍ਹ ਕੇ ਕਿਸਾਨਾਂ ਨੇ ਢੋਲ ਵਜਾ ਕੇ ਦਾ ਵਿਰੋਧ ਕਰਨ ਦਾ ਇੱਕ ਨਵੇਂ ਤਰੀਕੇ ਲੱਭੇ ਕਰੋਨਾ ਵਾਇਰਸ ਕੇ ਡਿਸਟੈਂਸ ਵੀ ਰੱਖਿਆ ਜਾਵੇ, ਫਾਸਲਾ ਵੀ ਰੱਖਿਆ ਜਾਵੇ ਔਰ ਇਲਾਜ ਦੀ ਬਿਮਾਰੀ ਤੋਂ ਬਚਿਆ ਜਾਵੇ। ਪਰ ਨਾਲ ਦੀ ਨਾਲ ਸਰਕਾਰ ਦੇ ਲੋਕ ਵਿਰੋਧੀ ਕਾਨੂੰਨਾਂ ਦੇ ਖਿਲਾਫ ਆਵਾਜ਼ ਵੀ ਉਠਾਈ ਜਾਵੇ। ਇਹ ਉਠਾਉਂਦੇ ਰਹੇ, ਪਰ ਹੁਣ 1.5 ਮਹੀਨੇ ਤੋਂ ਲਗਾਤਾਰ ਕਿਸਾਨ ਪੰਜਾਬ ਦੀਆਂ ਰੇਲਾਂ ਰੁੱਕ ਕੇ ਬੈਠੇ ਹੋਏ ਹੈ। ਇੱਥੇ ਵੱਡੇ ਜਿਹੜੇ ਮਾਲ ਹੈਗੇ ਕਾਰਪੋਰੇਟ ਸੈਕਟਰ ਦੇ, ਅੰਬਾਨੀ ਅਦਾਨੀ ਦੇ, ਉਹ ਰੁਕੇ ਹੋਏ ਹੈ। ਇਸੇ ਤਰ੍ਹਾਂ ਹੀ ਜਿਹੜੇ ਵੱਡੇ ਤੇਲ ਪੰਪ ਹੈ ਅੰਬਾਨੀ ਦੇ, ਉਹ ਰੁਕੇ ਹੋਏ 에ਅਰਲਾਈਨਸ 'ਤੇ। ਇੱਦਾਂ ਹੀ ਮਤਲਬ ਜਿਹੜੇ ਟੋਲ ਪਲਾਜ਼ੇ ਹੈ ਪੰਜਾਬ ਦੇ ਵਿੱਚ ਕਰੀਬ 45 ਦੇ ਕਰੀਬ ਟੋਲ ਪਲਾਜ਼ੇ ਲੱਗੇ ਹੋਏ ਵੱਖ ਵੱਖ ਸੜਕਾਂ 'ਤੇ, ਉਹ 2.5 ਕਰੋੜ ਰੁਪਇਆ ਕਰੀਬ ਹਰ ਰੋਜ਼ ਅਗਰਾਉਂਦੇ ਹੈਗੇ। ਉਹ ਮਤਲਬ 70-80 ਕਰੋੜ ਰੁਪਇਆ ਬਣ ਜਾਂਦਾ ਮਹੀਨੇ ਦਾ ਜੀ। ਉਹ ਸਾਰਾ ਇਸ ਵੇਲੇ ਬੰਦ ਪਿਆ ਹੈਗਾ ਕਿਉਂਕਿ ਕਿਸਾਨਾਂ ਨੇ ਟੋਲ ਪਲਾਜ਼ੇ ਘੇਰ ਕੇ ਉੱਥੇ ਮੁਫਤ ਲੰਘਾ ਕੀਤਾ ਹੈਗਾ ਜੀ। ਉਹ ਤੋਂ ਸਾਰਾ ਮੁਫਤ ਲੰਘ ਰਹੇ ਲੋਕ ਜੀ ਜੀ। ਹੁਣ ਇਸ ਸਾਲ ਦੇ ਵਿੱਚ ਕੀ ਹੋਇਆ ਕਿ ਕਿਸਾਨਾਂ ਨੂੰ ਕੋਈ ਰਾਹਤ ਦੇਣ ਦੀ, ਉਹਨਾਂ ਦੀ ਗੱਲ ਸੁਣਨ ਦਾ, ਗੱਲ ਸੁਣ ਕੇ ਕਿਤੇ ਨਾ ਕਿਤੇ ਕੋਈ ਰਸਤਾ ਨਵਾਂ ਕੱਢਣ ਦਾ ਇਹ ਕੋਈ ਯਤਨ ਨਹੀਂ ਕੀਤਾ ਗਿਆ। ਸਗੋਂ ਹਿੰਦੁਸਤਾਨ ਦੀ ਕੇਂਦਰ ਸਰਕਾਰ ਹੈ ਜਿਹੜੀ ਮੋਦੀ ਸਰਕਾਰ ਹੈ ਜੀ, ਉਹ ਬੜੇ ਅੜੀਅਲ ਤਰੀਕੇ ਨਾਲ ਇਸ ਗੱਲ 'ਤੇ ਅੜੀ ਹੋਈ ਹੈ ਕਿ ਅਸੀਂ ਧਾਰਾ 370 ਤੋਂ ਵੀ ਪਿੱਛੇ ਨਹੀਂ ਹਟਾਂਗੇ। ਮਤਲਬ ਜੰਮੂ ਕਸ਼ਮੀਰ ਜਿਹੜਾ ਉਹਦਾ ਸੂਬਾ ਰੁਤਬਾ ਹੈ ਉਹ ਤੋੜ ਕੇ ਉਹਨੂੰ ਇੱਕ ਪ੍ਰਦੇਸ਼ ਸ਼ਾਸਿਤ ਰਾਜ ਬਣਾ ਦਿੱਤਾ ਹੈ। ਦੂਸਰਾ, ਉਹਨੂੰ ਵਿਸ਼ੇਸ਼ ਦਰਜਾ ਖੋਲ੍ਹਿਆ ਦਾ ਵੀ ਨਾ ਤਾਂ ਉਹ ਬਹਾਲ ਕਰਾਂਗੇ ਅਤੇ ਨਾ ਹੀ ਹਿੰਦੁਸਤਾਨ ਦੇ ਕਿਸਾਨਾਂ ਦੀ ਜਿਹੜੀ ਹੈਗੀ ਹੈ ਉਹ ਪਹਿਲਾਂ ਵਾਲੀ ਜਿਹੜੀ ਸਥਿਤੀ ਹੈ ਉਹ ਬਹਾਲ ਹੋਊਗੀ, ਸਗੋਂ ਨਵੇਂ ਖੇਤੀ ਕਾਨੂੰਨ ਲਾਗੂ ਰਹਿਣਗੇ। ਇੱਕ ਤਾਂ ਇਹ ਬੜੀ ਵੱਡੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਧਾਰਾ 370 ਤੇ ਕਿਸਾਨਾਂ ਦੇ ਮੁੱਦੇ ਨੂੰ ਇੱਕ ਦੂਜੇ ਨਾਲ ਜੋੜ ਦਿੱਤਾ ਹੈਗਾ ਜੀ। ਇਹ ਬੜੀ ਖਤਰਨਾਕ ਖੇਡ ਹੈ ਕਿਉਂਕਿ ਧਾਰਾ 370 ਨੂੰ ਇੱਕ ਫਿਰਕੂ ਐਂਗਲ ਤੋਂ, ਹਾਲਾਂਕਿ ਉਹਦੇ 'ਚ ਫਿਰਕੂ ਕੁਛ ਨਹੀਂ ਸੀ, ਉਹ ਇਹ ਸੀ ਕਿ ਇੱਕ ਘੱਟ ਗਿਣਤੀ ਵਸੋਂ ਵਾਲਾ ਮੁਸਲਿਮ ਸੂਬਾ ਉਹ ਬਹੁਗਿਣਤੀ ਵਾਲਾ, ਉੱਥੇ ਜਿਹੜਾ ਹੈਗਾ ਲੋਕਾਂ ਦੇ ਹਿੱਤ ਸੁਰੱਖਿਅਤ ਕਰਨ ਲਈ, ਕਿਉਂਕਿ ਉਹਨਾਂ ਨੇ ਪਾਕਿਸਤਾਨ ਜਾਣ ਦੀ ਬਜਾਏ ਹਿੰਦੁਸਤਾਨ ਆਉਣ ਦੀ ਤਰਜੀਹ ਦਿੱਤੀ ਸੀ ਜੀ। ਔਰ ਉੱਥੋਂ ਦੇ ਰਾਜੇ ਨੇ ਇੱਕ ਇਹ ਇਲਹਾਕ ਕੀਤਾ ਸੀ, ਇੱਕ ਸਮਝੌਤਾ ਕੀਤਾ ਸੀ ਕਿ ਮੈਂ ਹਿੰਦੁਸਤਾਨ ਦਾ ਰਹੂੰਗਾ ਪਰ ਮੇਰਾ ਆਪਣਾ ਸੰਵਿਧਾਨ 'ਤੇ ਝੰਡਾ ਵੀ ਰਹੂਗਾ, ਪਰ ਅਸੀਂ ਸੰਵਿਧਾਨ ਕਾਨੂੰਨ ਉਹ ਹਿੰਦੁਸਤਾਨ ਦਾ ਹੀ ਪ੍ਰਵਾਨ ਕਰਾਂਗੇ ਜੀ। ਹੁਣ ਉਸ ਗੱਲ ਤੋਂ
ਉੱਠ ਕੇ ਪਿੱਛੇ ਜਾਂ ਹਟ ਕੇ ਉਹਨੂੰ ਤੋੜ ਕੇ ਉੱਥੇ ਜਿਹੜਾ ਹੈਗਾ ਰੁਤਬਾ ਖਤਮ ਕਰ ਦਿੱਤਾ ਉਹਨਾਂ ਦਾ। ਨਾ ਹੁਣ ਉਹ ਵਿਸ਼ੇਸ਼ ਦਰਜਾ ਉੱਥੇ ਅਤੇ ਨਾ ਹੀ ਉਹਨਾਂ ਨੂੰ ਸੂਬੇ ਵਰਗਾ ਅਧਿਕਾਰ ਹੈਗਾ ਜੀ। ਹੁਣ ਉਸ ਗੱਲ ਨੂੰ ਜਿਹੜਾ ਹੈਗਾ ਉਹ ਕਿਸਾਨਾਂ ਦੇ ਸੰਘਰਸ਼ ਨਾਲ ਜੋੜਨਾ, ਇੱਕ ਤਾਂ ਇਹ ਆਪਣੇ ਆਪ 'ਚ ਖਤਰਨਾਕ ਖੇਡ ਹੈ ਜੀ। ਦੂਸਰੀ ਗੱਲ, ਇਸ ਵੇਲੇ ਪੂਰੇ ਹਿੰਦੁਸਤਾਨ 'ਚ, ਕਿਉਂਕਿ ਕਿਸਾਨ ਜਿਹੜੇ ਐਕਟ ਹੈਗੇ ਜੀ ਉਹ ਕੋਈ ਪੰਜਾਬ ਲਈ ਨਹੀਂ ਹੈਗੇ, ਨਾ ਕਿਸੇ ਇਕੱਲੇ ਹੋਰ ਸੂਬੇ ਲਈ ਹੈ ਜੀ, ਉਹ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਲਈ ਹੈ ਜੀ। ਪਰ ਕਿਉਂਕਿ ਹਿੰਦੁਸਤਾਨ 'ਚ ਪਹਿਲਾਂ ਵੀ ਅਸੀਂ ਦੇਖਿਆ ਕਿ ਜਦੋਂ ਅੰਗਰੇਜ਼ ਦੇ ਖਿਲਾਫ ਲੜਾਈ ਹੋਈ ਸੀ ਜਾਂ ਹੋਰ ਕਿਸੇ ਵੀ ਜਿਵੇਂ ਐਮਰਜੈਂਸੀ 'ਚ ਹਿੰਦੁਸਤਾਨ 'ਚੋਂ ਜਮਹੂਰੀਅਤ ਦਾ ਖਾਤਮਾ ਕੀਤਾ ਗਿਆ, ਉਸ ਦਾ ਮਾਮਲੇ 'ਚ ਵੀ ਹਮੇਸ਼ਾ ਹੀ ਪੰਜਾਬ 'ਚੋਂ ਆਵਾਜ਼ ਉੱਠਦੀ ਰਹੀ ਹੈ, ਜਾਂ ਲੀਡ ਕਹਿ ਲਈਏ, ਅਗਵਾਈ ਪੰਜਾਬ ਵੱਲੋਂ ਦਿੱਤੀ ਜਾਂਦੀ ਰਹੀ ਹੈ। ਅਤੇ ਹੋਇਆ ਹੁਣ ਵੀ ਇਹੀ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਉਹੀ ਅਗਵਾਈ ਆਪਣੇ ਹੱਥ ਲਈ ਸਭ ਤੋਂ ਪਹਿਲਾਂ ਉੱਠ ਕੇ ਆਵਾਜ਼ ਬੁਲੰਦ ਕੀਤੀ ਕਿ ਇਹ ਕਾਨੂੰਨ ਜਿਹੜੇ ਉਹ ਕਿਸਾਨ ਵਿਰੋਧੀ ਹੈ, ਕਿਸਾਨਾਂ ਦੀ ਜ਼ਮੀਨ ਹੜਪ ਰਿਹਾ ਹੈ ਔਰ ਕਾਰਪੋਰੇਟ ਨੂੰ ਮਜ਼ਬੂਤ ਕਰਨ ਵਾਲੇ ਹੈ, ਉਹਨਾਂ ਦੇ ਹੱਥ ਸਾਰਾ ਕੁਝ ਦੇਣ ਵਾਲੇ ਹੈ। ਇਹ ਕਰਕੇ ਵਿਰੋਧ ਕੀਤਾ ਅਤੇ ਜਦੋਂ ਜਦ ਵੀ ਪੰਜਾਬ 'ਚ ਉੱਠੀ ਹੈ। ਉਸ ਤੋਂ ਬਾਅਦ ਹਰਿਆਣੇ 'ਚ, ਰਾਜਸਥਾਨ 'ਚ, ਮੁੰਬਈ 'ਚ, ਮਹਾਰਾਸ਼ਟਰ, ਵੈਸਟ ਬੰਗਾਲ ਜਾਂ ਹੋਰ ਰਾਜਾਂ 'ਚ ਵੀ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਜੀ। ਇਸੇ ਕਰਕੇ ਲੱਗਦਾ ਹੈ ਕਿ ਜਿਸ ਤਰ੍ਹਾਂ ਪਹਿਲਾਂ ਸੀ ਐਮਰਜੈਂਸੀ 'ਚ ਹਿੰਦੁਸਤਾਨ ਪੱਧਰ 'ਤੇ ਜਮਹੂਰੀਅਤ ਕੁਚਲੀ ਗਈ, ਪਰ ਪੰਜਾਬ 'ਚ ਵਿਰੋਧ ਉੱਠਿਆ। ਇੱਥੋਂ ਬੜੀ ਵੱਡੀ ਗਿਣਤੀ ਲੋਕਾਂ ਨੇ ਗ੍ਰਿਫਤਾਰੀਆਂ ਦੇ ਕੇ ਜਦੋਂ ਤੱਕ ਐਮਰਜੈਂਸੀ ਖਤਮ ਨਹੀਂ ਹੋਈ ਉਹ ਸੰਘਰਸ਼ ਜਾਰੀ ਰੱਖਿਆ ਜੀ। ਉਸ ਤੋਂ ਕੀ ਹੋਇਆ, ਉਸ ਤੋਂ ਬਦਲੇ 'ਚੋਂ ਕਾਂਗਰਸ ਨੇ ਔਰ ਖਾਸ ਕਰਕੇ ਇੰਦਰਾ ਗਾਂਧੀ ਨੇ ਪੰਜਾਬ ਨੂੰ ਐਸੋਲੇਟ ਕਰਕੇ ਇਹਦੇ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ। ਉਹ 'ਚ ਫਿਰ ਕੀ ਨਹੀਂ ਕਹਿ ਸਿੱਟਾ ਕਿ ਦਰਬਾਰ ਸਾਹਿਬ 'ਤੇ ਹਮਲਾ ਹੋਇਆ 84 'ਚ ਜੀ, ਨਵੀਂ ਦਿੱਲੀ 'ਚ ਦੰਗੇ ਹੋਏ, ਦਿੱਲੀ ਜਾਂ ਹੋਰ ਸ਼ਹਿਰਾਂ 'ਚ ਵੀ ਸਿੱਖ ਵਿਰੋਧੀ ਦੰਗੇ ਹੋਏ, ਉਹ ਸਾਰਾ ਕੁਝ ਵਾਪਰਿਆ। ਹੁਣ ਵੀ ਲੱਗਦਾ ਕਿ ਕਿਤੇ ਨਾ ਕਿਤੇ ਦਿੱਲੀ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਜੀ, ਉਹ ਇਹੀ ਨੀਤੀ ਅਪਣਾ ਰਹੀ ਹੈ ਕਿ ਇਕੱਲੇ ਪੰਜਾਬ ਨੂੰ ਨਿਖੇੜ ਕੇ ਇਹਨੂੰ ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਢਾਹ ਲਾਈ ਜਾਵੇ। ਉਹਨੇ 'ਚ ਕੀ ਕੀਤਾ ਹੈ ਕਿ ਇੱਕ ਪਾਸੇ ਤਾਂ ਜਿਹੜੇ ਜਦੋਜਹਿਦ ਕਰ ਰਹੇ ਕਿਸਾਨ ਹੈ ਤਾਂ ਹਮੇਸ਼ਾ ਹੀ ਹੁੰਦਾ ਹੈ ਕਿ ਚੁਣੀਆਂ ਹੋਈਆਂ ਸਰਕਾਰਾਂ ਜਦੋਂ ਵੀ ਕੋਈ ਸੰਘਰਸ਼ ਹੁੰਦਾ ਹੈ ਤਾਂ ਉਹਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਮਸਲਿਆਂ ਦੀ ਸੁਣਵਾਈ ਕਰਕੇ ਉਹ ਕੋਈ ਨਾ ਕੋਈ ਰਸਤਾ ਕੱਢਣ ਦਾ ਯਤਨ ਕਰਦੀਆਂ। ਬਿਲਕੁਲ, ਇੱਕ ਤਾਂ ਇਹ ਤੋਂ ਬਿਲਕੁਲ ਇਨਕਾਰ ਕਰਤਾ, ਸੰਘਰਸ਼ ਕਰ ਰਹੇ ਲੋਕਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ, ਨਾ ਉਹਨੂੰ ਸੱਦ ਕੇ ਪੁੱਛਿਆ ਜਾ ਰਿਹਾ ਕਿ ਤੁਹਾਡੀ ਤਕਲੀਫ ਕੀ ਹੈ। ਸਗੋਂ ਇੱਕ ਵਾਰ 2 ਵਾਰ ਸੱਦਿਆ, ਉਹ ਵੀ ਉਹਨਾਂ ਨੂੰ ਜਲੀਲ ਕਰਕੇ ਵਾਪਸ ਮੋੜਤਾ ਕਿਉਂਕਿ ਉੱਥੇ ਮਿਲ ਲਈ ਕਿਸੇ ਵੀ ਨਾ ਮੰਤਰੀ ਆਇਆ ਕੋਈ, ਨਾ ਹੋਰ ਵੱਡਾ ਅਧਿਕਾਰੀ। ਉਹ ਖੇਤੀ ਦਾ ਮਾੜੀ ਮਹਿਕਮੇ ਦਾ ਇੱਕ ਸਕੱਤਰ ਲੈਵਲ ਦਾ ਪੱਧਰ ਦਾ ਉੱਥੇ ਅਧਿਕਾਰੀ ਆਇਆ ਜਿਹਦੇ ਪੱਲੇ ਕੱਖ ਨਹੀਂ ਸੀਗਾ। ਹੁਣ ਉਸ ਤੋਂ ਆ ਕੇ ਜਦੋਂ ਕਿਸਾਨਾਂ ਨੇ ਫਿਰ ਜਦੋਜਹਿਦ ਸ਼ੁਰੂ ਕੀਤੀ ਹੈ ਤਾਂ ਕੀ ਕੀਤਾ ਹੈ ਕਿ ਉਹ ਇੱਕ ਪਾਸੇ ਪਹਿਲਾਂ ਤਾਂ ਉਹਨਾਂ ਦੇ ਸੰਘਰਸ਼ ਨੂੰ ਇਗਨੋਰ ਕਰਕੇ ਉਹਨਾਂ ਨੂੰ ਇੱਕ ਕਿਸਮ ਦਾ ਭੜਕਾ ਰਹੇ ਹੈਗੇ ਜੀ। ਫਿਰ ਭਾਰਤੀ ਜਨਤਾ ਪਾਰਟੀ ਨੇ ਕੀਤਾ, ਪੰਜਾਬ 'ਚ ਕਿਸਾਨਾਂ ਦੇ ਖਿਲਾਫ ਦਲਿਤਾਂ ਨੂੰ ਖੜਾ ਕਰਨ ਦਾ ਯਤਨ ਕੀਤਾ। ਇੱਥੇ ਉਹਨਾਂ ਦੇ ਕੁਛ ਇਸ਼ੂ ਲੈ ਕੇ ਗਏ ਸੀ, ਦਲਿਤ ਮੋਰਚਾ ਕਰਨਾ ਸੀ, ਫਲਾਣਾ ਕਰਨਾ। ਉਹ ਦਲਿਤਾਂ ਨੂੰ ਸਮਝ ਆ ਗਈ, ਉਹ ਕਾਮਯਾਬ ਨਹੀਂ ਹੋਈ ਗੱਲ। ਉਹ ਜਿਹੜੇ 1-2 ਥਾਵੇਂ ਉਹਨਾਂ ਨੇ ਯਤਨ ਕੀਤੇ ਉੱਥੇ ਉਹਨੂੰ ਉਲਟੀ ਪੈ ਗਈ ਜੀ। ਉਹਦੇ ਨਾਲ ਕੀ ਹੋਇਆ ਕਿ ਪੰਜਾਬ 'ਚ ਕਿਸਾਨ ਔਰ ਦਲਿਤ ਜਾਂ ਕਿਸਾਨ ਤੇ ਮਜ਼ਦੂਰ ਦਾ ਰਿਸ਼ਤਾ ਸਗੋਂ ਮਜ਼ਬੂਤ ਹੋ ਰਿਹਾ ਹੈਗਾ। ਹੁਣ ਉਹ ਤੋਂ ਬਾਅਦ ਕੀ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ 'ਚੋਂ ਜਿਹੜੀ ਜਿਨਸਾਂ ਦੀ ਖਰੀਦ ਹੁੰਦੀ ਹੈ ਨਾ, ਉਹ 'ਤੇ 3% ਟੈਕਸ ਲਿਆ ਜਾਂਦਾ ਹੈਗਾ ਜਿਹੜਾ ਵੀ ਖਰੀਦਦਾਰ ਹੈ, ਭਾਵੇਂ FCI ਖਰੀਦੀ ਹੈ ਜਾਂ ਪ੍ਰਾਈਵੇਟ ਖਰੀਦਦਾ ਹੈ। ਐਤਕੀ FCI ਵੱਲੋਂ ਜਿਹੜਾ ਖਰੀਦਿਆ ਗਿਆ ਝੋਨਾ ਸਾਡਾ, ਉਹ 'ਤੇ ਪੰਜਾਬ ਦਾ 1000 ਕਰੋੜ ਰੁਪਈਆ ਬਣਦਾ ਹੈ ਟੈਕਸ। ਉਹ ਟੈਕਸ ਦੇਣ ਦੀ ਬਜਾਏ ਉਹਨੇ ਕੀ ਕੀਤਾ, ਉਹਨੇ ਰੋਕ ਲਾ ਦਿੱਤੀ, ਉਹ ਟੈਕਸ ਦੇਣ ਤੋਂ ਇਨਕਾਰ ਕਰਤਾ। ਐਵੇਂ ਬਹਾਨੇ ਬਣਾਉਣੇ ਸ਼ੁਰੂ ਕਰਤੇ ਕਿ ਇਹਦੀ ਦੁਰਵਰਤੋਂ ਹੁੰਦੀ ਹੈ ਜੀ, ਇੱਦਾਂ ਹੀ ਆਉਂਦੀਆਂ, ਜਦੋਂ ਕਿ ਹਾਲਾਂਕਿ ਇਹ ਸਾਡੀ ਆਪਣੀ ਜਿਣਸ ਹੈ। ਅਸੀਂ ਪੰਜਾਬ ਦੇ ਕਿਸਾਨਾਂ ਦੀ ਜਿਣਸ ਵੇਚੀ ਹੈ, ਖਰੀਦਦਾਰ ਅਤੇ ਟੈਕਸ ਦਾ ਹੈ ਜੀ। ਇਵੇਂ ਜਿਵੇਂ ਬਿਹਾਰ ਤੋਂ ਅਸੀਂ ਕੋਲਾ ਲੈਣ ਜਾਂਦੇ ਹਾਂ ਜੀ, ਬਿਹਾਰ ਸਰਕਾਰ ਸਾਤੋਂ ਟੈਕਸ ਲੈਂਦੀ ਹੈ। ਅਸੀਂ ਰਾਜਸਥਾਨ 'ਚੋਂ ਮਾਰਬਲ ਲੈ ਕੇ ਆਉਂਦੇ ਹਾਂ ਜੀ, ਰਾਜਸਥਾਨ ਦੀ ਸਰਕਾਰ ਸਾਡੇ ਤੋਂ ਟੈਕਸ ਲੈਂਦੀ ਹੈਗੀ ਜੀ ਜੀ। ਅਤੇ ਉਹਨਾਂ ਨੂੰ ਕੌਣ ਪੁੱਛਦਾ ਵੀ ਤੁਸੀਂ ਟੈਕਸ ਲਾਓ, ਕਿੱਥੇ ਗਿਆ ਤੁਹਾਡਾ? ਕਿਉਂਕਿ ਉਹ ਜਿਹੜੀ ਟੈਕਸ ਦੀ ਕਮਾਈ ਹੈ ਉਹ ਰਾਜਸਥਾਨ ਦੀ ਹੈ, ਜਿਹੜੀ ਬਿਹਾਰ 'ਚ ਕੋਲੇ ਦੀ ਹੈ ਉਹ ਬਿਹਾਰ ਦੀ ਹੈ। ਸਾਡੇ ਕੋਲ ਕਿਉਂਕਿ ਅਨਾਜ ਹੈ ਅਤੇ ਪਾਣੀ ਹੈ, ਪਾਣੀ ਤਾਂ ਸਭ ਤੋਂ ਪਹਿਲਾਂ ਹੀ ਖੋਲ੍ਹਿਆ ਜੀ। ਹੁਣ ਅਨਾਜ 'ਤੇ ਜਿਹੜਾ ਟੈਕਸ ਨਾਲ ਸਾਨੂੰ 4000 ਕਰੋੜ ਰੁਪਇਆ ਸਾਲ ਦੀ ਆਮਦਨ ਹੁੰਦੀ ਹੈ ਪੰਜਾਬ ਦੀ ਸਰਕਾਰ ਨੂੰ, ਜਿਹਦੇ ਨਾਲ ਕੀ ਹੁੰਦਾ ਹੈ, ਪੇਂਡੂ ਸੜਕਾਂ ਬਣਦੀਆਂ ਨੇ, ਪੇਂਡੂ ਮੰਡੀਆਂ ਦਾ ਸੁਧਾਰ ਹੁੰਦਾ ਹੈ, ਬੁਨਿਆਦੀ ਢਾਂਚਾ ਉੱਥੇ ਮੌਜੂਦ ਹੁੰਦਾ ਹੈ, ਅਤੇ ਇਸੇ ਤਰ੍ਹਾਂ ਹੀ ਮੰਡੀ ਬੋਰਡ ਦੇ ਕਰਮਚਾਰੀਆਂ ਤਨਖਾਹਾਂ ਜਾਂ ਹੋਰ ਡਿਵੈਲਪਮੈਂਟ ਦੇ ਕਾਰਜ ਹੁੰਦੇ ਹੈ ਜੀ। ਹੁਣ ਜੋ 4000 ਕਰੋੜ ਹੀ ਖੁੱਸ ਗਿਆ ਸਾਡੇ ਕੋਲੋਂ, ਅਤੇ ਪੰਜਾਬ ਦੀ ਆਮਦਨ ਕਾਹਦੀ ਰਹਿ ਗਈ ਫਿਰ ਇੱਥੇ? ਬਿਲਕੁਲ, ਇਹ ਸਵਾਲ ਉੱਠਿਆ ਹੈਗਾ
ਤੇ ਉਹ ਕੀ ਹੈ, ਕੇਂਦਰ ਸਰਕਾਰ ਨੇ ਉਹ 1000 ਕਰੋੜ ਰੁਪਇਆ ਰੋਕ ਕੇ ਪੰਜਾਬ ਦੀ ਰੀੜ੍ਹ ਦੀ ਹੱਡੀ ਤੋੜਨ ਦਾ ਯਤਨ ਕੀਤਾ ਹੈ ਜੀ। ਇਹਦੇ ਨਾਲ ਹੀ ਜਿਹੜਾ ਸਾਡਾ ਹਿੱਸੇ ਦਾ ਬਣਦਾ GST ਦਾ, ਕਿਉਂਕਿ GST ਇਸ ਵੇਲੇ ਕੇਂਦਰ ਸਰਕਾਰ ਸਾਰਾ ਇਕੱਠਾ ਕਰਕੇ ਲੈਂਦਾ ਹੈ ਸਭ ਰਾਜਾਂ ਤੋਂ, ਫਿਰ ਉਹਦਾ ਹਿੱਸਾ ਵੰਡਿਆ ਜਾਂਦਾ ਰਾਜਾਂ ਨੂੰ। ਹੁਣ ਰਾਜਾਂ ਨੂੰ ਹਿੱਸਾ ਵੰਡਣ ਵੇਲੇ ਹੋਰ ਰਾਜਾਂ ਨੂੰ ਸਾਰਿਆਂ ਨੂੰ ਦੇ ਦਿੱਤਾ ਹੈ, ਪੰਜਾਬ ਦਾ 1000 ਕਰੋੜ ਰੁਪਏ ਦਾ ਹਿੱਸਾ ਰੋਕ ਲਿਆ ਗਿਆ, ਉਹ ਵੀ ਨਹੀਂ ਦਿੱਤਾ ਜਾ ਰਿਹਾ ਜੀ। ਇਹ ਤੋਂ ਬਾਅਦ ਕੀ ਕੀਤਾ ਹੈ ਕਿ ਕਰੋਨਾ ਦੇ ਮਾਮਲੇ 'ਚ ਸਾਰੇ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਜੀ। ਸਨਅਤਕਾਰਾਂ ਨੂੰ ਵੀ, ਘਰੇਲੂ ਲੋਕਾਂ ਨੂੰ ਵੀ, ਵਪਾਰੀਆਂ ਨੂੰ ਵੀ, ਹਰ ਕਿੱਤਾ ਕਰਨ ਵਾਲਿਆਂ ਨੂੰ ਵੀ, ਇਸੇ ਤਰ੍ਹਾਂ ਕਿਸਾਨਾਂ ਨੂੰ ਵੀ ਹੈਗਾ ਜੀ। ਉਹਨਾਂ ਨੇ ਜਿਨ੍ਹਾਂ ਨੇ ਵੀ ਲੋਨ ਲਏ ਹੋਏ, ਕਰਜ਼ੇ ਲਿਆ, ਉਹ ਤੇ ਇਹ 6 ਮਹੀਨਿਆਂ ਦੇ ਵਿਚਕਾਰ ਕਰਜ਼ੇ ਦੇ ਉੱਤੇ ਵਿਆਜ ਜਿਹੜਾ ਉਹ ਵਿਆਜ ਦੇ ਉੱਤੇ ਵਿਆਜ ਨਹੀਂ ਲੱਗੂਗਾ। ਇਹ ਫੈਸਲਾ ਕੀਤਾ ਸੈਂਟਰ ਸਰਕਾਰ ਨੇ ਜੀ। ਉਹਦੇ 'ਚ ਇਹ ਰਾਹਤ ਉਹਨੇ ਕਹਿੰਦਾ ਇਹ ਕਿਸਾਨਾਂ ਨੂੰ ਨਹੀਂ ਦੇਣੀ, ਸਨਅਤਕਾਰ ਨੂੰ ਮਿਲੂ, ਵਪਾਰੀ ਨੂੰ ਮਿਲੂਗੀ, ਆਮ ਮੁਲਾਜ਼ਮ ਨੂੰ ਵੀ, ਜਿਹੜਾ ਵੀ ਘਰਾਂ ਲਈ, ਆਟੋ ਲਈ ਕੋਈ ਲੋਨ ਲੈਂਦਾ ਹੈ, ਉਹ ਸਭ ਨੂੰ ਸਹੂਲਤ ਹੈ, ਕਹਿੰਦੇ ਕਿਸਾਨ ਨੂੰ ਨਹੀਂ ਦੇਣੀ ਹੈਗੀ ਜੀ। ਇਹ ਕੀ ਨੀਤੀ ਹੈ? ਇਹ ਵੀ ਇੱਕ ਬਦਲਾਖੋਰੀ ਨੀਤੀ ਹੈ। ਬਿਲਕੁਲ, ਅਲਟੀਮੇਟਲੀ ਪੂਰੇ ਪੰਜਾਬ ਨੂੰ ਘੇਰਿਆ ਜਾ ਰਿਹਾ। ਹਾਂ, ਇਸ ਤਰ੍ਹਾਂ ਕਰਕੇ ਨਾ ਇਹ ਇੱਕ ਕੇਂਦਰ ਸਰਕਾਰ ਨੂੰ ਘੇਰਾਬੰਦੀ ਕੀਤੀ ਜਾ ਰਹੀ ਹੈ ਪੰਜਾਬ ਦੀ। ਉਹਨਾਂ ਦਾ ਹੈਗਾ ਕਿ ਜੇ ਪੰਜਾਬ ਨੂੰ ਅਸੀਂ ਕਮਜ਼ੋਰ ਕਰ ਦਈਏ ਜੀ, ਪੰਜਾਬ 'ਚ ਐਸਾ, ਫਿਰ ਦੂਜੀ ਗੱਲ ਇਹ ਕਿ ਪੰਜਾਬ ਬਹਾਨਾ ਬਣਾਇਆ ਜਾ ਰਿਹਾ ਇੱਥੇ ਕਿ ਜੀ ਪੰਜਾਬ 'ਚ ਲੋਕਾਂ ਨੇ, ਕਿਸਾਨਾਂ ਨੇ ਗੱਡੀਆਂ ਰੋਕੀਆਂ ਹੋਈਆਂ ਕਿਉਂਕਿ ਜਾਣ ਨਹੀਂ ਦਿੰਦੇ ਪਰੜੀਆਂ 'ਤੇ ਜੀ। ਉਹ ਕਿਸਾਨਾਂ ਨੇ ਕਹਿ ਦਿੱਤਾ ਕਿ ਮਾਲ ਗੱਡੀਆਂ ਆਉਣ ਜਾਣ ਦੀ ਕੋਈ ਰੁਕਾਵਟ ਨਹੀਂ, ਸਾਰੀਆਂ ਖਾਲੀ ਕਰਤੀਆਂ ਅਸੀਂ। ਕੇਂਦਰ ਸਰਕਾਰ ਜਾਣਬੁੱਝ ਕੇ ਪਿਛਲੇ 10-15 ਦਿਨ ਤੋਂ ਉਹ ਗੱਡੀਆਂ ਨਹੀਂ ਚਾਲੂ ਕਰ ਰਿਹਾ ਜੀ। ਉਹਦੇ ਨਾਲ ਕੀ ਹੋ ਰਿਹਾ? ਉਹਦੇ ਨਾਲ ਜਿਹੜਾ ਪੰਜਾਬ ਨੂੰ ਆਉਣ ਵਾਲਾ ਬਾਹਰੋਂ ਸਮਾਨ ਨਹੀਂ ਆ ਰਿਹਾ ਤੇ ਪੰਜਾਬ 'ਚੋਂ ਬਾਹਰ ਜਾਣ ਵਾਲਾ ਨਹੀਂ ਜਾ ਰਿਹਾ ਹੈਗਾ ਜੀ। ਉਹਦੇ ਨਾਲ ਪੰਜਾਬ ਨੂੰ ਵੱਡਾ ਨੁਕਸਾਨ ਹੋ ਰਿਹਾ ਹੈਗਾ। ਇਹ ਨੁਕਸਾਨ ਵੀ ਕੇਂਦਰ ਸਰਕਾਰ ਦੀ ਇੱਕ ਵਿਤਕਰੇਬਾਜ਼ ਨੀਤੀ ਦਾ ਸਿੱਟਾ ਹੈਗਾ ਜੀ। ਕਿਉਂਕਿ ਜਦੋਂ ਸੜਕਾਂ ਖਾਲੀ ਪਈਆਂ, ਰੇਲ ਲਾਈਨਾਂ ਖਾਲੀ ਛੱਡੀਆਂ ਹੋਈਆਂ ਪਰੜੀਆਂ, ਫਿਰ ਗੱਡੀਆਂ ਨਾ ਆਉਣ ਦਾ ਮਤਲਬ ਕੀ ਹੈਗਾ? ਬਿਲਕੁਲ, ਉਹ ਐਵੇਂ ਇੱਕ ਬਹਾਨਾ ਬਣਾ ਕੇ ਕਿ ਜੀ ਪਹਿਲਾਂ ਪੰਜਾਬ ਸਰਕਾਰ ਜ਼ਿੰਮੇਵਾਰੀ ਦੇਵੇ ਕਿ ਸਾਡੇ ਡਰਾਈਵਰਾਂ ਦੀ, ਸਾਡੀਆਂ ਗੱਡੀਆਂ ਦੀ। ਵੀ ਦੱਸੋ, ਪਹਿਲਾਂ ਜਦੋਂ ਚੱਲਦੀ ਹੈ ਉਦੋਂ ਕੋਈ ਜ਼ਿੰਮੇਵਾਰੀ ਲੈਂਦਾ ਸੀ ਜੀ? ਰੇਲਵੇ ਲਾਈਨਾਂ ਉੱਤੇ ਆਪਣੀ ਇਹਨਾਂ ਦੀ ਰੇਲਵੇ ਪੁਲਿਸ ਹੈਗੀ ਜੀ, ਸਾਰਾ ਕੁਝ ਸੈਂਟਰ ਦਾ ਆਪਣਾ ਹੈਗਾ। ਥਾਂ ਥਾਂ ਇਹਨਾਂ ਦੀ ਫੌਜ ਬੈਠੀ ਹੈ, BSF ਬੈਠੀ ਹੈ, CRP ਬੈਠੀ ਹੈ। ਕਾਹਦੀ ਜ਼ਿੰਮੇਵਾਰੀ ਲੈਂਦੇ ਪੰਜਾਬ ਕੋਲ ਜੀ? ਇਸ ਕਰਕੇ ਇਹ ਬਿਲਕੁਲ ਕੇਂਦਰ ਸਰਕਾਰ ਦੀ ਨੀਤੀ ਜਿਹੜੀ ਉਹ ਪੰਜਾਬ ਨੂੰ ਘੇਰ ਕੇ ਉਹਨੂੰ ਨੁਕਸਾਨ ਪਹੁੰਚਾਉਣ ਦੀ, ਆਰਥਿਕ ਤੌਰ 'ਤੇ ਮਾਰਨ ਦੀ, ਔਰ ਕਿਸਾਨਾਂ ਨੂੰ ਕਮਜ਼ੋਰ ਕਰਕੇ ਹਿੰਦੁਸਤਾਨ ਪੱਧਰ ਜਿਹੜਾ ਉਹਦੇ ਖਿਲਾਫ ਉੱਠ ਰਿਹਾ ਰੋਸ ਹੈ, ਉਸ ਤੋਂ ਉਹਨਾਂ ਨੂੰ ਕਿਸੇ ਪਿੱਛੇ ਹਟਾਉਣ ਦੀ ਹੈਗੀ ਜੀ। ਪਰ ਮੇਰੇ ਖਿਆਲ 'ਚ ਇਸ 'ਚ ਤੁਹਾਨੂੰ ਦੱਸ ਦਈਏ ਕਿ ਜਿਹੜੇ ਕਿਸਾਨ ਹੈ ਉਹ ਇਸ ਵਾਰੀ ਬੜਾ ਇੱਕ ਸੁਚੇਤ ਹੋ ਕੇ ਚੱਲ ਰਹੇ ਹੈਗੇ। ਇੱਕ ਪਾਸੇ ਜਿੱਥੇ ਦਿੱਲੀ ਸਰਕਾਰ ਦੀ ਜਾਂ ਕਹਿੰਦੇ ਮੋਦੀ ਸਰਕਾਰ ਦੀ ਪਾਲਿਸੀ ਤਾਂ ਹੈਗੀ ਹੈ ਕਿ ਪੰਜਾਬ ਨੂੰ ਨਿਖੇੜ ਕੇ ਨੁਕਸਾਨ ਪਹੁੰਚਾਇਆ ਜਾਵੇ ਜੀ, ਉੱਥੇ ਕਿਸਾਨਾਂ ਨੇ ਇੱਕ ਨਵੀਂ ਇਹਨੂੰ ਮੋੜਵਾਂ ਰੂਪ ਦੇਣ ਦਾ ਯਤਨ ਕੀਤਾ ਹੈ ਕਿ ਇਸ ਘੋਲ ਨੂੰ ਪੂਰੇ ਹਿੰਦੁਸਤਾਨ 'ਚ ਫੈਲਾਇਆ ਜਾਵੇ ਜੀ, ਪੰਜਾਬ ਦਾ ਰਹਿਣ ਹੀ ਨਾ ਦਿੱਤਾ ਜਾਵੇ ਤੇ ਇਸ ਨਾਲ ਮੋਦੀ ਸਰਕਾਰ ਨੂੰ ਥਾਂ ਥਾਂ ਘੇਰਿਆ ਜਾਵੇ ਜੀ। ਉਹਦੇ ਨਾਲ ਕੀ ਹੈ ਕਿ ਇਸ ਵੇਲੇ ਪੂਰੇ ਹਿੰਦੁਸਤਾਨ ਦੇ ਵਿੱਚ ਕਿਸਾਨ ਕਿਸੇ ਕੱਢ ਕਿਤੇ ਘੱਟ ਸੰਘਰਸ਼ ਕਰ ਰਹੇ ਹੈ, ਰੋਸ ਪ੍ਰਗਟ ਕਰ ਰਹੇ ਹੈ, ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹੈ ਜੀ। ਤੇ ਇਹ ਇੱਕ ਬੜੀ ਸਫਲਤਾ ਵਾਲੀ ਗੱਲ ਹੈ, ਜਿਹਦੇ ਨਾਲ ਮੇਰੇ ਖਿਆਲ ਪੰਜਾਬ ਨੂੰ ਰਾਹਤ ਮਿਲੂਗੀ ਤੇ ਦਿੱਲੀ ਦੀ ਜਿਹੜੀ ਪੰਜਾਬ ਦੀ ਘੇਰਾਬੰਦੀ ਵਾਲੀ ਪਾਲਿਸੀ ਹੈ ਨਾ, ਉਹ ਫੇਲ ਵੀ ਹੋਊਗੀ ਜੀ। ਸਰ ਨੈਕਸਟ ਹੁਣ ਲਾਸਟ ਅਸੀਂ ਗੱਲ ਕਰਦੇ ਹਾਂ ਬਿਹਾਰ ਚੋਣਾਂ ਦੀ, ਤੇ ਕਿਉਂਕਿ ਬਿਹਾਰ ਵੀ ਭਾਵੇਂ ਖੇਤੀਬਾੜੀ ਵਾਲਾ ਸੂਬਾ ਹੈ, ਪਰ ਉੱਥੇ ਇਸ ਖੇਤੀ ਕਾਨੂੰਨਾਂ ਦੇ ਵਿਰੁੱਧ ਕੋਈ ਇੰਨੀ ਵੱਡੀ ਬੁਲੰਦ ਆਵਾਜ਼ ਸਾਹਮਣੇ ਨਹੀਂ ਚੁੱਕੀ ਗਈ। ਪਰ ਹੋ ਸਕਦਾ ਹੈ ਕਿ ਚੋਣਾਂ ਦੇ ਜ਼ਰੀਏ ਸ਼ਾਇਦ ਜਿਹੜੇ ਉੱਥੋਂ ਦੇ ਕਿਸਾਨ ਨੇ ਆਪਣਾ ਜਿਹੜਾ ਫੈਸਲਾ ਸੁਣਾ ਸਕਦੀ ਹੋਵੇ ਸਰਕਾਰ ਨੂੰ। ਸੋ ਕੀ ਲੱਗਦਾ ਹੈ ਕਿ ਜਿਹੜੇ ਬਿਹਾਰ ਇਲੈਕਸ਼ਨਸ ਨੇ ਉਹਦਾ ਕੀ ਨਤੀਜਾ ਆ ਸਕਦਾ ਹੈ? ਦੇਖੋ, ਸਿੱਧੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਉੱਥੇ ਕਿਸਾਨ ਮਸਲਾ ਜਾਂ ਖੇਤੀ ਕਾਨੂੰਨ ਜਿਹੜੇ, ਇਹਦਾ ਕੋਈ ਬਹੁਤਾ ਸਿੱਧਾ ਪ੍ਰਭਾਵ ਹੈ ਨਹੀਂਗਾ ਜੀ। ਬਿਹਾਰ ਚੋਣਾਂ ਦੇ ਨਤੀਜੇ ਕੀ ਆਉਂਦੇ ਹੈ ਜੀ, ਇਹ ਸਿੱਧੇ ਰੂਪ 'ਚ ਇਸ ਗੱਲ ਨੂੰ ਪ੍ਰਭਾਵਿਤ ਕਰਨਗੇ ਕਿ ਕਿਸਾਨ ਅੱਗੇ ਵਧਦੇ ਹੈ ਕਿ ਮੋਦੀ ਸਰਕਾਰ ਅੱਗੇ ਵਧਦੀ ਹੈ। ਬਿਲਕੁਲ, ਇਹ ਦੋਵਾਂ ਦਾ ਫੈਸਲਾ ਕੋਈ ਨਾ ਘੜੀ ਆ ਗਈ ਹੈ ਜੀ। ਕਿਉਂਕਿ ਜੇ ਇਸ ਵੇਲੇ ਉੱਥੇ ਭਾਵੇਂ ਗੱਲ ਕੁਛ ਵੀ ਹੋ ਰਹੀ ਹੋਵੇ, ਪਰ ਮੋਦੀ ਦੇ ਆਪਣੇ ਭਾਸ਼ਣ ਜੀ ਜਾਂ ਹੋਰ ਲੋਕਾਂ ਦੇ, ਉਹਦੇ 'ਚ ਉਹਨਾਂ ਨੇ ਬਾਰ-ਬਾਰ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਪੰਜਾਬ 'ਚ ਇੱਦਾਂ ਹੋ ਰਿਹਾ, ਇੱਦਾਂ ਹੋ ਰਿਹਾ। ਇਹਦਾ ਮਤਲਬ ਪੰਜਾਬ ਦਾ ਸੇਕ ਉੱਥੇ ਪਹੁੰਚਿਆ ਹੋਇਆ ਹੈਗਾ। ਬਿਲਕੁਲ ਜੀ। ਤੇ ਇਸ ਕਰਕੇ ਜਿਹੜਾ ਇਸ ਵੇਲੇ ਹਾਲਾਤ ਇਹ ਹੈ ਕਿ ਜੇ ਉੱਥੇ ਮੋਦੀ ਸਰਕਾਰ ਮਤਲਬ ਭਾਜਪਾ ਤੇ ਨਿਤਿਸ਼ ਕੁਮਾਰ ਜੀ ਹਾਰ ਜਾਂਦੇ ਨੇ, ਇਹ ਮਤਲਬ ਹੈ ਕਿ ਹਿੰਦੁਸਤਾਨ ਦੇ ਵਿੱਚ ਮੋਦੀ ਬ੍ਰਾਂਡ ਉਹਦੀ ਜਿਹੜੀ ਚੜ੍ਹਤ ਸੀ ਉਹ ਢਹਿੰਦੀ ਗੱਲਾਂ ਬਣ ਵੱਲ ਜਾਣ ਦਾ ਜਿਹੜਾ ਇੱਕ ਸੰਕੇਤ ਜਾਂ ਕਹਿੰਦੇ ਮੁੱਢ ਵੱਜੂਗਾ। ਕਿਉਂਕਿ ਜੇ ਬਿਹਾਰ 'ਚ ਹਰਦੀ ਹੈ ਤੇ ਕੱਲ੍ਹ ਨੂੰ ਵੈਸਟ ਬੰਗਾਲ ਤੇ ਆਪਣੇ ਤਾਮਿਲਨਾਡੂ ਤੇ ਕੁਛ ਹੋਰ ਰਾਜਾਂ 'ਚ ਚੋਣ ਹੋਣਗੀਆਂ ਜੀ, ਹੁਣ 6 ਮਹੀਨੇ ਬਾਅਦ ਜੀ, ਉੱਥੇ ਵੀ ਇਹ ਜਿਹੜਾ ਮਾਹੌਲ ਬਣਨ ਵਾਲਾ ਤੁਰ ਗਈ ਗੱਲ।
ਜੀ ਤੇ ਇਹ ਹੈ ਕਿ ਜੇ ਮੋਦੀ ਜਿੱਤ ਜਾਂਦੇ ਉੱਥੋਂ ਜੀ ਇਹ ਕੁਦਰਤੀ ਹੈ, ਫਿਰ ਕਿਸਾਨ ਸੰਘਰਸ਼ ਨੂੰ ਵੱਡੇ ਸੱਟ ਵੱਜੂਗੀ, ਕਿਉਂਕਿ ਕੇਂਦਰ ਸਰਕਾਰ ਨੇ ਫਿਰ ਕਿਸਾਨਾਂ ਪ੍ਰਤੀ ਐਗਰੈਸਿਵ ਹੋਣਾ ਹੈਗਾ, ਜ਼ੁਲਮ ਕਰਨ ਵੱਲ ਵੀ, ਉਹਨਾਂ ਦੇ ਹੱਕਾਂ ਤੇ ਡਾਕਾ ਮਾਰਨ ਵੱਲ ਵੀ, ਉਹਨਾਂ ਨੂੰ ਡਾਂਗ ਦੇ ਜ਼ੋਰ ਤੇ ਚੁੱਪ ਕਰਾਉਣ ਲਈ ਵੀ। ਬਿਲਕੁਲ ਇਹ ਇੱਕ ਕਿਸਮ ਦਾ ਇੱਕ ਫੈਸਲਾਕੁਨ ਹੋਣਾ ਹੈਗਾ ਬਿਹਾਰ ਦੀਆਂ ਚੋਣਾਂ ਦੇ ਵਿੱਚ ਕਿ ਉਹ ਉੱਥੋਂ ਦੇ ਚੋਣ ਮਾਹੌਲ 'ਚੋਂ ਕਿੱਧਰ ਨੂੰ, ਜੇ ਮੋਦੀ ਸਰਕਾਰ ਕਹਿ ਲਈਏ ਜਾਂ ਨਿਤਿਸ਼ ਤੇ ਮੋਦੀ ਜਿੱਤਦੇ ਹੈ ਤਾਂ ਇਹ ਕਿਸਾਨਾਂ ਲਈ ਬੜਾ ਅਸ਼ੁਭ ਮੌਕਾ ਹੋਊਗਾ, ਤੇ ਜੇ ਉਹ ਹਾਰਦੇ ਹੈ ਜੀ ਤਾਂ ਕਿਸਾਨਾਂ ਲਈ ਬੜੀ ਵੱਡੀ ਸ਼ੁਭ ਸ਼ਗਨ ਹੋਊ ਔਰ ਹਿੰਦੁਸਤਾਨ ਪੱਧਰ ਤੇ ਇੱਕ ਨਵਾਂ ਜਿਹੜਾ ਯੁੱਗ ਦਾ ਆਰੰਭ ਹੋਣਾ ਨਿਸ਼ਚਿਤ ਹੋਊਗਾ ਇੱਥੇ। ਜੀ ਸੋ ਜਿਹੜੇ ਬਿਹਾਰ ਇਲੈਕਸ਼ਨਸ ਨੇ ਉਹ ਵੀ ਦੱਸਣਗੇ ਕਿ ਹਾਂ ਵੀ ਜਿਹੜਾ ਖੇਤੀ ਕਾਨੂੰਨਾਂ ਦਾ ਜਿਹੜਾ ਸਵਾਗਤ ਹੈ ਉਹ ਕਿਸਾਨ ਬਿਹਾਰ ਦੇ ਨੇ ਉਹ ਕਿਵੇਂ ਕਰਦੇ ਨੇ। ਇਸ ਤੋਂ ਇਲਾਵਾ ਜਿਹੜਾ 5 ਨਵੰਬਰ ਨੂੰ ਜਿਹੜਾ ਪੂਰਾ ਭਾਰਤ ਦਾ ਜਿਹੜੇ ਨੈਸ਼ਨਲ ਹਾਈਵੇਜ਼ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਉੱਤੇ ਵੀ ਕਾਫੀ ਨਿਗਾਹ ਹੋਵੇਗੀ ਕਿ ਹਾਂ ਵੀ ਉਹਦਾ ਸੇਕ ਕਿਵੇਂ ਪਹੁੰਚਦਾ ਹੈ ਕੇਂਦਰ ਸਰਕਾਰ ਨੂੰ। ਸੋ ਉਸ ਬਾਰੇ ਵੀ ਅਸੀਂ ਗੱਲ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਫਿਲਹਾਲ ਸਰ ਤੁਸੀਂ ਅੱਜ ਸਾਡੇ ਸਟੂਡੀਓ ਵਿੱਚ ਆਏ, ਸਾਨੂੰ ਆਪਣੀ ਕੀਮਤੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਮਿਹਰਬਾਨੀ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪੰਜਾਬ ਚਰਚਾ। ਦੇਸ਼ ਵਿਦੇਸ਼ ਦੇ ਹੋਰ ਮੁੱਦਿਆਂ ਲਈ ਤੁਸੀਂ ਵੇਖਦੇ ਰਹੋ ਪੰਜਾਬ ਮੇਲ USA TV।